ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 1410 ਤੋਂ ਲੈ ਕੇ 1411 ਤੱਕ ਸਵੈਮਨ ਬਾਣੀ ਦੀ ਵਿਚਾਰ ਕਰਦੇ ਹਾਂ ਜੀ। ਆਓ ਆਪਾਂ ਗੁਰਬਾਣੀ ਦੀ ਲੜੀ ਨਾਲ ਜੁੜੀਏ ਸੰਗਤ ਜੀ। ਵਾਹਿਗੁਰੂ ਜੀ। ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਹਾਂਜੀ ਸੰਗਤ ਜੀ, ਪਾਤਸ਼ਾਹ ਕਹਿੰਦੇ ਨੇ ਪਰਮੇਸ਼ਰ ਇੱਕ ਹੈ, ਉਹਦਾ ਨਾਮ ਸੱਚਾ ਹੈ, ਉਹ ਸਭ ਕੁਝ ਕਰਨ ਕਰਾਉਣ ਵਾਲਾ ਪੁਰਖ ਹੈ। ਉਹਨੂੰ ਕਿਸੇ ਦਾ ਭਉ ਨਹੀਂ, ਉਹਨੂੰ ਕਿਸੇ ਨਾਲ ਵੈਰ ਨਹੀਂ। ਉਹ ਕਾਲ ਤੋਂ ਰਹਿਤ ਹੈ, ਜੂਨਾਂ ਵਿੱਚ ਨਹੀਂ ਆਉਂਦਾ। ਉਹਦਾ ਪ੍ਰਕਾਸ਼ ਆਪਣੇ ਆਪ ਤੋਂ ਹੈ, ਮਿਲਦਾ ਹੈ ਗੁਰੂ ਦੀ ਕਿਰਪਾ ਸਦਕਾ। ਸ਼ਲੋਕ 12 ਤੇ ਵਧੀਕ ਮਹੱਲਾ ਪਹਿਲਾ। ਉਤੰਗੀ ਪੈ ਓਹਰੀ ਗਹਿਰੀ ਗੰਭੀਰੀ, ਸੱਸੜ ਸੁਹੀਆ ਕਿਵ ਕਰੀ ਨਿਵੜ ਨ ਜਾਏ ਥਣੀ। ਹਾਂਜੀ ਸੰਗਤ ਜੀ, ਪਾਤਸ਼ਾਹ ਕਹਿੰਦੇ ਨੇ ਉੱਚੇ ਲੰਮੇ ਕੱਦ ਵਾਲੀ ਭਰ ਜਵਾਨੀ ਤੇ ਅੱਪੜੀ ਹੋਈ, ਮਾਣ ਵਿੱਚ ਮੱਤੀ ਹੋਈ ਮਸਤ ਚਾਲ ਵਾਲੀ ਇਸਤਰੀ ਆਪਣੀ ਸਹੇਲੀ ਨੂੰ ਕਹਿੰਦੀ ਹੈ, ਹੇ ਸਖੀਏ, ਭਰਮੀ ਛਾਤੀ ਦੇ ਕਾਰਨ ਮੈਥੋਂ ਲਿਖਿਆ ਨਹੀਂ ਜਾਂਦਾ। ਦੱਸ ਮੈਂ ਆਪਣੀ ਸੱਸ ਨੂੰ ਕਿਵੇਂ ਨਮਸਕਾਰ ਕਰਾਂ, ਕਿਵੇਂ ਮੱਥਾ ਟੇਕਾਂ। ਵਾਹਿਗੁਰੂ ਜੀ। ਗਾਚੇ ਜੇ ਲੱਗਾ ਗਿੜਵੜੀ, ਸਖੀਏ ਤੌਲ ਹਰੀ, ਸੇ ਪੀ ਟਹਿੰਦੇ ਡਿੱਠ ਮੈਂ ਮੁੰਦ ਨ ਗਰਭ ਥਣੀ। ਫਿਰ ਕਹਿੰਦੇ ਅੱਗਿਓਂ ਸਹੇਲੀ ਉੱਤਰ ਦਿੰਦੀ ਆ, ਹੇ ਸਹੇਲੀਏ, ਇਸ ਭਰਮੀ ਜਵਾਨੀ ਦੇ ਕਾਰਨ ਅਹੰਕਾਰ ਨਾ ਕਰ। ਇਹ ਜਵਾਨੀ ਜਾਂਦਿਆਂ ਚਿਰ ਨਹੀਂ ਲੱਗਣਾ। ਵੇਖ ਕਹਿੰਦੇ ਜਿਹੜੇ ਪਹਾੜਾਂ ਵਰਗੇ ਪੱਕੇ ਮਹਿਲਾਂ ਨੂੰ ਚੂਨੇ ਦਾ ਪਲਾਸਟਰ ਲੱਗਿਆ ਸੀ, ਉਹ ਪੱਕੇ ਮਹਿਲ ਵੀ ਮੈਂ ਡਿੱਗਦੇ ਦੇਖੇ ਨੇ। ਤੇਰੀ ਜਵਾਨੀ ਦੀ ਤਾਂ ਕੋਈ ਪਾਇਆ ਨਹੀਂ ਹੈ। ਸੁਣ ਮੁੰਦੇ ਹਰਨਾਖੀਏ ਗੂੜਾ ਵੈਣ ਅਪਾਰ, ਪਹਿਲਾ ਵਸਤ ਸਿਆਣ ਕੈ ਤਾਂ ਕੀਚੈ ਵਾਪਾਰ। ਕਹਿੰਦੇ ਹੇ ਸੁੰਦਰ ਨੇਤਰਾਂ ਵਾਲੀਏ, ਭੋਲੀਏ ਜਵਾਨ ਕੁੜੀਏ, ਇਹ ਜਗਤ ਰਚਨਾ ਵਿੱਚੋਂ ਸੋਹਣੀ ਜੀਵ ਇਸਤਰੀਏ, ਮੇਰੀ ਇੱਕ ਬਹੁਤ ਡੂੰਘੀ ਭੇਦ ਦੀ ਗੱਲ ਸੁਣ। ਜਦੋਂ ਕੋਈ ਚੀਜ਼ ਖਰੀਦਣ ਲੱਗੀਏ ਤਾਂ ਪਹਿਲਾਂ ਉਸ ਚੀਜ਼ ਨੂੰ ਪਰਖੀਏ, ਫਿਰ ਉਸ ਦਾ ਵਪਾਰ ਕਰੀਏ ਤਾਂ ਉਹਨੂੰ ਖਰੀਦੀਏ। ਦੋਹੀ ਦਿਚੈ ਦੁਰਜਨਾ ਮਿੱਤਰਾਂ ਕੂ ਜੈਕਾਰ, ਜਿਤ ਦੋਹੀ ਸੱਜਣ ਮਿਲਨ ਲਹੁ ਮੁੰਦੇ ਵਿਚਾਰ। ਕਹਿੰਦੇ ਹੇ ਭੋਲੀਏ ਜਵਾਨ ਕੁੜੀਏ, ਹੇ ਜੀਵ ਇਸਤਰੀਏ, ਕਾਮਾਦਿਕ ਵਿਕਾਰ ਆਤਮਕ ਜੀਵਨ ਦੇ ਵੈਰੀ ਨੇ। ਇਹਨਾਂ ਦੁਸ਼ਟਾਂ ਨੂੰ ਅੰਦਰੋਂ ਕੱਢਣ ਲਈ ਪਰਮੇਸ਼ਰ ਦੀ ਸਿਫਤ ਸਲਾਹ ਦੀ ਦੁਹਾਈ ਦਿੰਦੇ ਰਹਿਣਾ ਚਾਹੀਦਾ। ਭਲੇ ਗੁਣ ਆਤਮਕ ਜੀਵਨ ਦੇ ਅਸਲ ਮਿੱਤਰ ਨੇ। ਇਹਨਾਂ ਮਿੱਤਰਾਂ ਦੇ ਸਾਥ ਦੀ ਖਾਤਰ ਪਰਮਾਤਮਾ ਦੀ ਸਿਫਤ ਸਲਾਹ ਕਰਦੇ ਰਹਿਣਾ ਚਾਹੀਦਾ ਹੈ। ਕਹਿੰਦੇ ਹੇ ਭੋਲੀਏ, ਕਹਿੰਦੇ ਜਿਸ ਦੁਹਾਈ ਦੀ ਬਰਕਤ ਦੇ ਨਾਲ ਇਹ ਸੱਜਣ ਗੁਣ ਮਿਲੇ ਰਹਿਣ, ਉਸ ਦੁਹਾਈ ਦੀ ਵਿਚਾਰ ਆਪਣੇ ਅੰਦਰ ਸਾਂਭ ਕੇ ਰੱਖ। ਕਹਿੰਦੇ ਤਨ ਮਨ ਦੀਜੈ ਸੱਜਣਾ ਐਸਾ ਹਸਣ ਸਾਰ, ਤਿਸ ਸੋ ਨੇਹ ਨ ਕੀਚਈ ਜੇ ਦਿਸੈ ਚੱਲਣ ਹਾਰ। ਕਹਿੰਦੇ ਇਹਨਾਂ ਗੁਣ ਸੱਜਣਾ ਦੇ ਮਿਲਾਪ ਦੀ ਖਾਤਰ ਆਪਣਾ ਤਨ ਆਪਣਾ ਮਨ ਭੇਟ ਕਰ ਦੇਣਾ ਚਾਹੀਦਾ। ਆਪਣੇ ਮਨ ਅਤੇ ਇੰਦਰੀਆਂ ਦੀ ਨੀਵੀਂ ਪ੍ਰੇਰਨਾ ਤੋਂ ਬਚੇ ਰਹਿਣਾ ਚਾਹੀਦਾ ਹੈ। ਇਸ ਤਰ੍ਹਾਂ ਕਹਿੰਦੇ ਇੱਕ ਅਜਿਹਾ ਆਤਮਿਕ ਆਨੰਦ ਪੈਦਾ ਹੁੰਦਾ ਜੋ ਹੋਰ ਸਾਰੀਆਂ ਖੁਸ਼ੀਆਂ ਨਾਲੋਂ ਸ੍ਰੇਸ਼ਟ ਹੁੰਦਾ ਹੈ। ਕਹਿੰਦੇ
ਕਹਿੰਦੇ ਹੇ ਭੋਲੀਏ ਜੀਵ ਇਸਤਰੀਏ, ਇਹ ਜਗਤ ਪਸਾਰਾ ਨਾਸ਼ਵੰਤ ਦਿਸ ਰਿਹਾ ਹੈ, ਇਸ ਨਾਲ ਮੋਹ ਨਹੀਂ ਕਰਨਾ ਚਾਹੀਦਾ। ਨਾਨਕ ਜਿਨੀ ਇਵ ਕਰ ਬੁੱਝਿਆ, ਤਿੰਨਾਂ ਵਿਟੋਂ ਕੁਰਬਾਨ। ਕਹਿੰਦੇ ਹੇ ਨਾਨਕ, ਜਿਨ੍ਹਾਂ ਵਡਭਾਗੀਆਂ ਨੇ ਆਤਮਿਕ ਜੀਵਨ ਦੇ ਇਸ ਭੇਤ ਨੂੰ ਇਸ ਤਰ੍ਹਾਂ ਸਮਝਿਆ ਹੈ, ਮੈਂ ਉਹਨਾਂ ਤੋਂ ਸਦਾ ਸਦਕੇ ਜਾਂਦਾ ਹਾਂ। ਜੇ ਤੂੰ ਤਾਰੂ ਪਾਣ, ਤਾਹੂ ਪੁੱਛ ਤਿੜਨ ਕਲ, ਤਾਹੂ ਖਰੇ ਸੁਜਾਨ, ਵੰਜਾਂ ਐਨੀ ਕਪਰੀ। ਕਹਿੰਦੇ ਜੇ ਤੂੰ ਸੰਸਾਰ ਸਮੁੰਦਰ ਦੇ ਪਾਣੀਆਂ ਦਾ ਤਾਰੂ ਬਣਨਾ ਚਾਹੁੰਦਾ, ਕਹਿੰਦੇ ਤਾਂ ਤਰਨ ਦੀ ਜਾਚ ਉਹਨਾਂ ਕੋਲੋਂ ਪੁੱਛ ਜਿਨ੍ਹਾਂ ਨੂੰ ਇਸ ਸੰਸਾਰ ਸਮੁੰਦਰ ਵਿੱਚੋਂ ਪਾਰ ਲੰਘਣ ਦੀ ਜਾਚ ਹੈ। ਕਹਿੰਦੇ ਉਹ ਮਨੁੱਖ ਹੀ ਅਸਲ ਸਿਆਣੇ ਤਾਰੂ ਨੇ, ਜੋ ਸੰਸਾਰ ਸਮੁੰਦਰ ਦੀਆਂ ਇਹਨਾਂ ਵਿਕਾਰਾਂ ਦੀਆਂ ਲਹਿਰਾਂ ਵਿੱਚੋਂ ਪਾਰ ਲੰਘਦੇ ਨੇ। ਮੈਂ ਵੀ ਉਹਨਾਂ ਦੀ ਸੰਗਤ ਵਿੱਚ ਹੀ ਇਹਨਾਂ ਲਹਿਰਾਂ ਤੋਂ ਪਾਰ ਲੰਘ ਸਕਦਾ ਹਾਂ। ਝੜ ਝੱਖੜ ਉਹਾੜ, ਲਹਿਰੀ ਵਹਿਨ ਲਖੇਸਰੀ, ਸਤਿਗੁਰ ਸਿਉ ਆਲਾਏ, ਬੇੜੇ ਡੁੱਬਣ ਨਾਹੇ ਪਉ। ਕਹਿੰਦੇ ਇਸ ਸੰਸਾਰ ਸਮੁੰਦਰ ਵਿੱਚ ਵਿਕਾਰਾਂ ਦੀਆਂ ਝੜੀਆਂ ਲੱਗੀਆਂ ਨੇ, ਵਿਕਾਰਾਂ ਦੇ ਝੱਖੜ ਝੁੱਲ ਰਹੇ ਨੇ। ਕਹਿੰਦੇ ਵਿਕਾਰਾਂ ਦੇ ਹੜ੍ਹ ਆਏ ਹੋਏ ਨੇ, ਵਿਕਾਰਾਂ ਦੀਆਂ ਲੱਖਾਂ ਹੀ ਠਿੱਲਾਂ ਪੈ ਰਹੀਆਂ ਨੇ। ਕਹਿੰਦੇ ਜੇ ਤੂੰ ਆਪਣੀ ਜ਼ਿੰਦਗੀ ਦੀ ਬੇੜੀ ਨੂੰ ਬਚਾਉਣਾ ਚਾਹੁੰਦਾ ਤਾਂ ਗੁਰੂ ਕੋਲ ਪੁਕਾਰ ਕਰ। ਕਹਿੰਦੇ ਇਸ ਤਰ੍ਹਾਂ ਕਹਿੰਦੇ ਤੇਰੀ ਜੀਵਨ ਦੀ ਬੇੜੀ ਦੇ ਇਸ ਸੰਸਾਰ ਸਮੁੰਦਰ ਵਿੱਚ ਡੁੱਬ ਜਾਣ ਬਾਰੇ ਕੋਈ ਖਤਰਾ ਨਹੀਂ ਰਹੇਗਾ। ਕਹਿੰਦੇ ਨਾਨਕ ਦੁਨੀਆ ਕੈਸੀ ਹੋਈ, ਸਾਲਕ ਮਿਤ ਨਾ ਰਹਿਓ ਕੋਈ। ਕਹਿੰਦੇ ਹੇ ਨਾਨਕ, ਜਿਹੜੀ ਇਹ ਲੁਕਾਈ ਆ ਅਜਬ ਨੀਵੇਂ ਪਾਸੇ ਜਾ ਰਹੀ ਆ, ਕਿਵੇਂ ਦੀ ਬਣ ਗਈ ਆ। ਕਹਿੰਦੇ ਸਹੀ ਜੀਵਨ ਰਸਤਾ ਦੱਸਣ ਵਾਲਾ ਮਿੱਤਰ ਕੋਈ ਲੱਭਦਾ ਹੀ ਨਹੀਂ ਹੈ। ਭਾਈ ਬੰਦੀ ਹੇਤ ਚੁਕਾਇਆ, ਦੁਨੀਆ ਕਾਰਨ ਦੀਨ ਗਵਾਇਆ। ਕਹਿੰਦੇ ਭਰਾਵਾਂ ਸੰਬੰਧੀਆਂ ਦੇ ਮੋਹ ਵਿੱਚ ਫਸ ਕੇ ਮਨੁੱਖ ਪਰਮਾਤਮਾ ਦਾ ਪਿਆਰ ਆਪਣੇ ਅੰਦਰੋਂ ਮੁਕਾਈ ਬੈਠਾ ਹੈ। ਕਹਿੰਦੇ ਦੁਨੀਆ ਦੀ ਮਾਇਆ ਦੀ ਖਾਤਰ ਆਤਮਿਕ ਜੀਵਨ ਦਾ ਸਰਮਾਇਆ ਗਵਾਈ ਜਾ ਰਿਹਾ ਹੈ। ਕਹਿੰਦੇ ਹੈ ਕਰ ਕੈ ਓਹੇ ਕਰੇਨ, ਗੱਲਾਂ ਪਿੱਟਨ ਸਿਰ ਖੋਹਨ। ਕਹਿੰਦੇ ਕਿਸੇ ਪਿਆਰੇ ਸੰਬੰਧੀ ਦੇ ਮਰਨ ਤੇ ਜਨਾਨੀਆਂ ਹਾਏ ਹਾਏ ਆਖ ਕੇ ਫਿਰ ਓਏ ਓਏ ਕਹਿੰਦੀਆਂ ਨੇ। ਕਹਿੰਦੇ ਆਪਣੀਆਂ ਕਹਿੰਦੇ ਗੱਲਾਂ ਪੱਟਦੀਆਂ ਪਿੱਟਦੀਆਂ ਨੇ, ਫਿਰ ਆਪਣੇ ਸਿਰ ਦੇ ਵਾਲ ਖੋਹਦੀਆਂ ਨੇ ਕਿ ਵੀ ਬਹੁਤ ਮਾੜਾ ਹੋਇਆ। ਨਾਉ ਲੈਨ ਅਰ ਕਰਨ ਸਮਾਏ, ਨਾਨਕ ਤਿਨ ਬਲਿਹਾਰੈ ਜਾਏ। ਫਿਰ ਕਹਿੰਦੇ ਜਿਹੜੇ ਪ੍ਰਾਣੀ ਇਸ ਤਰ੍ਹਾਂ ਦੇ ਸਦਮੇ ਦੇ ਸਮੇਂ ਦੇ ਵਿੱਚ ਵੀ ਪਰਮਾਤਮਾ ਦਾ ਨਾਮ ਜਪਦੇ ਨੇ ਤੇ ਪਰਮਾਤਮਾ ਦੀ ਰਜ਼ਾ ਨੂੰ ਮੰਨਦੇ ਨੇ, ਨਾਨਕ ਉਹਨਾਂ ਤੋਂ ਸਦਕੇ ਜਾਂਦਾ ਹੈ। ਰੇ ਮਨ ਡੀਗ ਨ ਡੋਲੀਐ, ਸੀਧੇ ਮਾਰਗ ਤਾਓ, ਪਾਛੈ ਬਾਗ ਡਰਾਵਣੋ, ਆਗੈ ਅਗਨ ਤਲਾਓ। ਕਹਿੰਦੇ ਹੇ ਮਨ, ਵਿਕਾਰਾਂ ਭਰੇ ਵਿੰਗੇ ਜੀਵਨ ਰਸਤੇ ਉੱਤੇ ਭਟਕਦੇ ਨਹੀਂ ਫਿਰਨਾ ਚਾਹੀਦਾ। ਹੇ ਮਨ, ਸਿੱਧੇ ਜੀਵਨ ਦੇ ਰਾਹ ਉੱਤੇ ਦੌੜ। ਕਹਿੰਦੇ ਵਿੰਗੇ ਰਸਤੇ ਉੱਤੇ ਤੁਰਿਆ ਇਸ ਲੋਕ ਵਿੱਚ ਭਿਆਨਕ ਆਤਮਿਕ ਮੌਤ ਜੀਵਨ ਨੂੰ ਖਾਈ ਜਾਂਦੀ ਆ ਤੇ ਅੱਗੇ ਪਰਲੋਕ ਵਿੱਚ ਜਠਰਾਗਨੀ ਦੀ ਘੁੰਮਣ ਘੇਰੀ ਡੋਬ ਲੈਂਦੀ ਆ। ਜੀਵ ਨੂੰ ਜੰਮਣ ਮਰਨ ਦਾ ਚੱਕਰ ਸਹਿਣਾ ਪੈਂਦਾ। ਸਹਸੇ ਜੀਰਾ ਪਰ ਰਿਹੋ, ਮਾਂ ਕੋ ਅਵਰ ਨ ਟੰਗ, ਨਾਨਕ ਗੁਰਮੁਖ ਛੁੱਟੀਐ, ਹਰ ਪ੍ਰੀਤਮ ਸਿਉ ਸੰਗ। ਵਾਹਿਗੁਰੂ ਜੀ। ਕਹਿੰਦੇ ਵਿੰਗੇ ਰਸਤੇ ਤੇ ਤੁਰਿਆ ਵਿਕਾਰਾਂ ਵਾਲੇ ਤੇ ਹਰ ਵੇਲੇ ਜਿੰਦ ਸਹਿਮ ਵਿੱਚ ਪਈ ਰਹਿੰਦੀ ਆ। ਹੇ ਮਨ, ਇਸ ਵਿੰਗੇ ਰਸਤੇ ਤੋਂ ਬਚਣ ਲਈ ਗੁਰੂ ਦੀ ਸ਼ਰਨ ਤੋਂ ਬਿਨਾਂ ਮੈਨੂੰ ਕੋਈ ਹੋਰ ਤਰੀਕਾ ਨਹੀਂ ਸੁੱਝ ਰਿਹਾ। ਕਹਿੰਦੇ
ਹੇ ਨਾਨਕ, ਗੁਰੂ ਦੀ ਸ਼ਰਨ ਪੈ ਕੇ ਇਸ ਵਿੰਗੇ ਰਸਤੇ ਤੋਂ ਬਚ ਸਕੀਦਾ ਹੈ ਅਤੇ ਪ੍ਰੀਤਮ ਪਰਮੇਸ਼ਰ ਨਾਲ ਸਾਥ ਬਣ ਸਕਦਾ ਹੈ। ਬਾਗ ਮਰੈ ਮਨ ਮਾਰੀਐ, ਜਿਸ ਸਤਿਗੁਰ ਦੀਖਿਆ ਹੋਏ। ਆਪ ਪਛਾਣੈ ਹਰ ਮਿਲੈ, ਬਹੁੜ ਨ ਮਰਨਾ ਹੋਏ। ਕਹਿੰਦੇ ਜਿਸ ਮਨੁੱਖ ਨੂੰ ਗੁਰੂ ਦੀ ਸਿੱਖਿਆ ਪ੍ਰਾਪਤ ਹੁੰਦੀ ਆ, ਉਹਦਾ ਮਨ ਕਾਬੂ ਵਿੱਚ ਆ ਜਾਂਦਾ। ਉਹਦੇ ਅੰਦਰੋਂ ਆਤਮਿਕ ਜੀਵਨ ਨੂੰ ਖਾ ਜਾਣ ਵਾਲਾ ਬਘਿਆੜ ਮਰ ਜਾਂਦਾ ਹੈ। ਉਹ ਮਨੁੱਖ ਆਪਣੇ ਆਤਮਿਕ ਜੀਵਨ ਨੂੰ ਪਰਖਦਾ ਰਹਿੰਦਾ ਹੈ। ਉਹ ਪਰਮਾਤਮਾ ਨੂੰ ਮਿਲ ਪੈਂਦਾ ਹੈ, ਮੁੜ ਉਸ ਨੂੰ ਜਨਮ ਮਰਨ ਦਾ ਗੇੜ ਨਹੀਂ ਪੈਂਦਾ। ਕੀਚੜ ਹਾਥ ਨ ਬੂਡਈ, ਏਕਾ ਨਦਰ ਨਿਹਾਲ। ਨਾਨਕ ਗੁਰਮੁਖ ਉਬਰੇ, ਗੁਰ ਸਰਵਰ ਸੱਚੀ ਪਾਲ। ਕਹਿੰਦੇ ਪਰਮਾਤਮਾ ਉਸ ਮਨੁੱਖ ਨੂੰ ਮਿਹਰ ਦੀ ਨਿਗਾਹ ਨਾਲ ਵੇਖਦਾ, ਇਸ ਵਾਸਤੇ ਉਹਦਾ ਹੱਥ ਚਿੱਕੜ ਵਿੱਚ ਨਹੀਂ ਡੁੱਬਦਾ, ਉਹਦਾ ਮਨ ਵਿਕਾਰਾਂ ਵਿੱਚ ਨਹੀਂ ਫਸਦਾ। ਹੇ ਨਾਨਕ, ਗੁਰੂ ਦੀ ਸ਼ਰਨ ਪੈਣ ਵਾਲੇ ਮਨੁੱਖ ਵਿਕਾਰਾਂ ਦੇ ਚਿੱਕੜ ਵਿੱਚ ਡੁੱਬਣੋਂ ਬਚ ਨਿਕਲਦੇ ਨੇ। ਗੁਰੂ ਹੀ ਨਾਮ ਦਾ ਸਰੋਵਰ ਹੈ। ਗੁਰੂ ਹੀ ਸਦਾ ਥਿਰ ਰਹਿਣ ਵਾਲੀ ਕੰਧ ਹੈ, ਜੋ ਵਿਕਾਰਾਂ ਦੇ ਚਿੱਕੜ ਵਿੱਚ ਲਿਬੜਨ ਤੋਂ ਬਚਾਉਂਦਾ ਹੈ। ਅਗਨ ਮਰੈ ਜਲ ਲੋੜ ਲਹੋ, ਬਿਨ ਗੁਰ ਨਿਧ ਜਲ ਨਾਹੀਂ। ਜਨਮ ਮਰੈ ਪਰਮਾਈਐ, ਜੇ ਲਖ ਕਰਮ ਕਮਾਹੇ। ਕਹਿੰਦੇ ਗੁਰੂ ਦੀ ਸ਼ਰਨ ਪੈ ਕੇ ਨਾਮ ਜਲ ਨੂੰ ਢੂੰਡ ਲੈ। ਕਹਿੰਦੇ ਇਸ ਨਾਮ ਜਲ ਦੀ ਬਰਕਤ ਨਾਲ ਤ੍ਰਿਸ਼ਨਾ ਦੀ ਅੱਗ ਬੁਝ ਜਾਂਦੀ ਹੈ। ਪਰ ਗੁਰੂ ਦੀ ਸ਼ਰਨ ਤੋਂ ਬਿਨਾਂ ਨਾਮ ਸਰੋਵਰ ਦਾ ਇਹ ਜਲ ਨਹੀਂ ਮਿਲਦਾ। ਇਸ ਜਲ ਤੋਂ ਬਿਨਾਂ ਮਨੁੱਖ ਜਨਮ ਮਰਨ ਦੇ ਗੇੜ ਵਿੱਚ ਪਿਆ ਰਹਿੰਦਾ। ਕਹਿੰਦੇ ਅਨੇਕਾਂ ਜੂਨਾਂ ਵਿੱਚ ਭਵਾਇਆ ਜਾਂਦਾ। ਹੇ ਭਾਈ, ਜੇ ਮਨੁੱਖ ਨਾਮ ਨੂੰ ਭੁਲਾ ਕੇ ਹੋਰ ਲੱਖਾਂ ਕਰਮ ਕਰਦੇ ਰਹਿਣ ਤਾਂ ਵੀ ਇਹ ਅੰਦਰਲੀ ਅੱਗ ਨਹੀਂ ਮਰਦੀ। ਜਮ ਜਗਾਤ ਨ ਲੱਗਈ, ਜੇ ਚੱਲੈ ਸਤਿਗੁਰ ਪਾਏ। ਨਾਨਕ ਨਿਰਮਲ ਅਮਰ ਪਦ, ਗੁਰ ਹਰ ਮੇਲੈ ਮੇਲਾਏ। ਕਹਿੰਦੇ ਜੇ ਮਨੁੱਖ ਗੁਰੂ ਦੀ ਰਜ਼ਾ ਵਿੱਚ ਤੁਰਦਾ ਰਹੇ ਤਾਂ ਜਮਰਾਜ ਮਸੂਲੀਆ ਉਹਦੇ ਉੱਤੇ ਆਪਣਾ ਵਾਰ ਨਹੀਂ ਕਰ ਸਕਦਾ। ਹੇ ਨਾਨਕ, ਗੁਰੂ ਮਨੁੱਖ ਨੂੰ ਪਵਿੱਤਰ ਉੱਚਾ ਆਤਮਿਕ ਦਰਜਾ ਬਖਸ਼ਦਾ ਹੈ। ਗੁਰੂ ਮਨੁੱਖ ਨੂੰ ਪਰਮਾਤਮਾ ਨਾਲ ਮਿਲਾ ਦਿੰਦਾ ਹੈ। ਕਲਰ ਕੇਰੀ ਛਪੜੀ, ਕਊਆ ਮਲ ਮਲ ਨਾਏ। ਮਨ ਤਨ ਮੈਲਾ ਅਵਗੁਣੀ, ਚਿੰਜ ਭਰੀ ਗੰਦੀ ਆਏ। ਕਹਿੰਦੇ ਵਿਕਾਰਾਂ ਦੀ ਕਾਲਖ ਨਾਲ ਕਾਲੇ ਹੋਏ ਮਨ ਵਾਲਾ ਮਨੁੱਖ ਵਿਕਾਰਾਂ ਦੇ ਕਲਰ ਦੀ ਛੱਪੜੀ ਵਿੱਚ ਬੜੇ ਸ਼ੌਕ ਨਾਲ ਇਸ਼ਨਾਨ ਕਰਦਾ ਰਹਿੰਦਾ। ਕਹਿੰਦੇ ਇਸ ਕਰਕੇ ਉਹਦਾ ਮਨ, ਉਹਦਾ ਤਨ ਵਿਕਾਰਾਂ ਦੀ ਮੈਲ ਨਾਲ ਮੈਲਾ ਹੋਇਆ ਰਹਿੰਦਾ। ਕਹਿੰਦੇ ਜਿਵੇਂ ਕਾਂ ਦੀ ਚੁੰਝ ਗੰਦ ਨਾਲ ਹੀ ਭਰੀ ਰਹਿੰਦੀ ਆ, ਇਸੇ ਤਰ੍ਹਾਂ ਵਿਕਾਰੀ ਮਨੁੱਖ ਦਾ ਮੂੰਹ ਨਿੰਦਾ ਆਦਿਕ ਦੀ ਗੰਦ ਨਾਲ ਭਰਿਆ ਰਹਿੰਦਾ ਹੈ। ਸਰਵਰ ਹੰਸ ਨ ਜਾਣਿਆ, ਕਾਗ ਕੁਪੰਖੀ ਸੰਗ। ਸਾਕਤ ਸਿਉ ਐਸੀ ਪ੍ਰੀਤ ਹੈ, ਬੂਝੋ ਗਿਆਨੀ ਰੰਗ। ਕਹਿੰਦੇ ਭੈੜੇ ਪੰਛੀ ਕਾਵਾਂ ਦੀ ਸੰਗਤ ਵਿੱਚ, ਵਿਕਾਰੀ ਬੰਦਿਆਂ ਦੀ ਸੁਹਬਤ ਵਿੱਚ ਪਰਮਾਤਮਾ ਦੀ ਅੰਸ਼ ਜੀਵ ਹੰਸ ਨੇ ਗੁਰੂ ਸਰੋਵਰ ਦੀ ਕਦਰ ਨਹੀਂ ਸਮਝੀ। ਕਹਿੰਦੇ ਪਰਮਾਤਮਾ ਨਾਲੋਂ ਟੁੱਟੇ ਹੋਏ ਮਨੁੱਖਾਂ ਨਾਲ ਜੋੜੀ ਹੋਈ ਪ੍ਰੀਤ ਇਹੋ ਜਿਹੀ ਹੁੰਦੀ ਹੈ। ਕਹਿੰਦੇ ਹੇ ਆਤਮਿਕ ਜੀਵਨ ਦੀ ਸੂਝ ਹਾਸਲ ਕਰਨ ਦੇ ਚਾਹਵਾਨ ਮਨੁੱਖ, ਪਰਮਾਤਮਾ ਦੇ ਪ੍ਰੇਮ ਵਿੱਚ ਟਿਕ ਕੇ ਜੀਵਨ ਦੀ ਰਾਹ ਨੂੰ ਸਮਝ। ਸੰਤ ਸਵਾ ਜੈਕਾਰ ਕਰ, ਗੁਰਮੁਖ ਕਰਮ ਕਮਾਓ। ਨਿਰਮਲ ਨਾਵਣ ਨਾਨਕਾ, ਗੁਰ ਤੀਰਥ ਦਰਿਆਓ।
ਕਹਿੰਦੇ ਸਾਧ ਸੰਗਤ ਵਿੱਚ ਟਿਕ ਕੇ ਪਰਮਾਤਮਾ ਦੀ ਸਿਫਤ ਸਲਾਹ ਕਰਿਆ ਕਰ, ਗੁਰੂ ਦੇ ਸਨਮੁਖ ਰੱਖਣ ਵਾਲੇ ਕਰਮ ਕਮਾਇਆ ਕਰ, ਇਹੀ ਹੈ ਪਵਿੱਤਰ ਇਸ਼ਨਾਨ। ਹੇ ਨਾਨਕ, ਗੁਰੂ ਹੀ ਤੀਰਥ ਹੈ, ਗੁਰੂ ਹੀ ਦਰਿਆਓ ਹੈ, ਗੁਰੂ ਵਿੱਚ ਚੁੱਭੀ ਲਾਈ ਰੱਖਣੀ ਹੀ ਪਵਿੱਤਰ ਇਸ਼ਨਾਨ ਹੈ। ਜਨਮੇ ਕਾ ਫਲ ਕਿਆ ਗਣੀ, ਜਾਂ ਹਰ ਭਗਤ ਨ ਪਾਓ, ਪੈਦਾ ਖਾਦਾ ਬਾਦ ਹੈ, ਜਾਂ ਮਨ ਦੂਜਾ ਪਾਓ। ਵਾਹਿਗੁਰੂ ਜੀ। ਜਦੋਂ ਤੱਕ ਕਹਿੰਦੇ ਮਨੁੱਖ ਦੇ ਹਿਰਦੇ ਵਿੱਚ ਪਰਮਾਤਮਾ ਦੀ ਭਗਤੀ ਨਹੀਂ, ਪਰਮਾਤਮਾ ਦਾ ਪ੍ਰੇਮ ਨਹੀਂ, ਤਦ ਤੱਕ ਉਸ ਦੇ ਮਨੁੱਖਾ ਜਨਮ ਹਾਸਲ ਕੀਤੇ ਦਾ ਕੋਈ ਲਾਭ ਵੀ ਨਹੀਂ ਹੈ। ਕਹਿੰਦੇ ਜਦੋਂ ਤੱਕ ਮਨੁੱਖ ਦੇ ਮਨ ਵਿੱਚ ਪਰਮਾਤਮਾ ਤੋਂ ਬਿਨਾਂ ਹੋਰ ਮੋਹ ਵਸਦਾ, ਉਦੋਂ ਤੱਕ ਉਹਦਾ ਪਹਿਨਿਆ ਕੀਮਤੀ ਕੱਪੜਾ, ਉਹਦਾ ਖਾਧਾ ਕੀਮਤੀ ਭੋਜਨ ਵਿਅਰਥ ਜਾਂਦਾ ਹੈ। ਕਹਿੰਦੇ ਕਿਉਂਕਿ ਉਹ ਵੇਖਣ ਸੁਣਨਾ ਝੂਠ ਹੈ, ਮੁਖ ਝੂਠਾ ਆਲਾਓ, ਨਾਨਕ ਨਾਮ ਸਲਾਹ ਤੂੰ, ਹੋਰ ਹਉਮੈ ਆਵੋ ਜਾਓ। ਉਦੋਂ ਤੱਕ ਕਹਿੰਦੇ ਉਹ ਜੀਵ ਨਾਸ਼ਵੰਤ ਜਗਤ ਨੂੰ ਹੀ ਤੱਕ ਕੇ ਰੱਖਦਾ, ਨਾਸ਼ਵੰਤ ਜਗਤ ਨੂੰ ਕੰਨਾਂ ਵਿੱਚ ਵਸਾਈ ਰੱਖਦਾ, ਨਾਸ਼ਵੰਤ ਜਗਤ ਦੀਆਂ ਗੱਲਾਂ ਹੀ ਮੂੰਹ ਨਾਲ ਕਰਦਾ ਰਹਿੰਦਾ। ਹੇ ਨਾਨਕ, ਤੂੰ ਸਦਾ ਪਰਮਾਤਮਾ ਦੀ ਸਿਫਤ ਸਲਾਹ ਕਰਦਾ ਰਹਿ। ਸਿਫਤ ਸਲਾਹ ਨੂੰ ਭੁਲਾ ਕੇ ਹੋਰ ਸਾਰਾ ਉਦਮ ਹਉਮੈ ਦੇ ਕਾਰਨ ਜਨਮ ਮਰਨ ਦਾ ਗੇੜ ਬਣਾਈ ਰੱਖਦਾ। ਕਹਿੰਦੇ ਹੈਨ ਵਿਰਲੇ ਨਾਹੀ ਕਣੇ, ਫੈਲ ਫਕੜ ਸੰਸਾਰ। ਫਿਰ ਕਹਿੰਦੇ ਪਰਮਾਤਮਾ ਦੀ ਸਿਫਤ ਸਲਾਹ ਕਰਨ ਵਾਲੇ ਮਨੁੱਖ ਕੋਈ ਵਿਰਲੇ ਨੇ, ਬਹੁਤੇ ਨਹੀਂ ਹੈਗੇ। ਕਹਿੰਦੇ ਆਮ ਤੌਰ 'ਤੇ ਜਿਹੜਾ ਜਗਤ ਆ ਉਹ ਵਿਖਾਵੇ ਦੇ ਕੰਮ ਕਰਦਾ ਰਹਿੰਦਾ, ਤੇ ਆਤਮਿਕ ਜੀਵਨ ਨੂੰ ਨੀਵਾਂ ਕਰਨ ਵਾਲੇ ਬੋਲ ਬੋਲਦਾ ਰਹਿੰਦਾ। ਕਹਿੰਦੇ ਵਾਹਿਗੁਰੂ ਜੀ। ਨਾਨਕ ਲੱਗੀ ਤੁਰ ਮਰੈ, ਜੀਵਨ ਨਾਹੀ ਤਾਣ, ਝੋਟੈ ਸੇਤੀ ਜੋ ਮਰੈ, ਲੱਗੀ ਸਾ ਪਰਵਾਣ। ਕਹਿੰਦੇ ਹੇ ਨਾਨਕ, ਜਿਸ ਮਨੁੱਖ ਦੇ ਹਿਰਦੇ ਵਿੱਚ ਪਰਮੇਸ਼ਰ ਦੇ ਪ੍ਰੇਮ ਦੀ ਚੋਟ ਲੱਗਦੀ ਆ, ਉਹ ਮਨੁੱਖ ਤੁਰੰਤ ਆਪੇ ਭਾਵ ਵੱਲੋਂ ਮਰ ਜਾਂਦਾ। ਉਹਦੇ ਅੰਦਰੋਂ ਸਵਾਰਥ ਖਤਮ ਹੋ ਜਾਂਦਾ, ਉਹਦੇ ਅੰਦਰ ਸਵਾਰਥ ਵਾਲੇ ਜੀਵਨ ਦਾ ਜ਼ੋਰ ਨਹੀਂ ਰਹਿ ਜਾਂਦਾ। ਕਹਿੰਦੇ ਜਿਹੜਾ ਮਨੁੱਖ ਪਰਮੇਸ਼ਰ ਦੇ ਚਰਨਾਂ ਦੀ ਪ੍ਰੀਤ ਦੀ ਚੋਟ ਨਾਲ ਆਪੇ ਭਾਵ ਵੱਲੋਂ ਮਰ ਜਾਂਦਾ, ਉਹਦਾ ਜੀਵਨ ਪਰਮੇਸ਼ਰ ਦੇ ਦਰ 'ਤੇ ਕਬੂਲ ਹੋ ਜਾਂਦਾ। ਉਹੀ ਲੱਗੀ ਹੋਈ ਚੋਟ ਪਰਮੇਸ਼ਰ ਦੇ ਦਰ 'ਤੇ ਪ੍ਰਵਾਨ ਹੁੰਦੀ ਹੈ। ਜਿਸਨੋਂ ਲਾਏ ਤਿਸ ਲੱਗੈ, ਲੱਗੀ ਤਾ ਪਰਵਾਨ, ਪਿਰਮ ਪੈ ਕਾਮ ਨ ਨਿਕਲੈ, ਲਾਇਆ ਤਿਨ ਸੁਜਾਨ। ਫਿਰ ਕਹਿੰਦੇ ਪ੍ਰੇਮ ਦੀ ਚੋਟ ਉਸ ਮਨੁੱਖ ਨੂੰ ਹੀ ਲੱਗਦੀ ਆ ਜਿਹਨੂੰ ਪਰਮੇਸ਼ਰ ਆਪ ਲਾਉਂਦਾ। ਜਦੋਂ ਇਹ ਚੋਟ ਪਰਮੇਸ਼ਰ ਵੱਲੋਂ ਲੱਗਦੀ ਆ, ਫਿਰ ਇਹ ਲੱਗੀ ਹੋਈ ਚੋਟ ਕਬੂਲ ਹੁੰਦੀ ਆ, ਸਫਲ ਹੁੰਦੀ ਆ। ਕਹਿੰਦੇ ਉਸ ਸਿਆਣੇ ਤੀਰ ਅੰਦਾਜ਼ ਪਰਮੇਸ਼ਰ ਨੇ ਜਿਸ ਮਨੁੱਖ ਦੇ ਹਿਰਦੇ ਵਿੱਚ ਇਹ ਪ੍ਰੇਮ ਦਾ ਤੀਰ ਵਿੰਨ ਦਿੱਤਾ, ਉਸ ਹਿਰਦੇ ਵਿੱਚੋਂ ਇਹ ਪ੍ਰੇਮ ਦਾ ਤੀਰ ਫਿਰ ਨਿਕਲਦਾ ਨਹੀਂ। ਭਾਂਡਾ ਧੋਵੈ ਕੌਣ, ਜੇ ਕੱਚਾ ਸਾਜਿਆ, ਧਾਤੂ ਪੰਜ ਰਲਾਏ, ਕੂੜਾ ਪਾਜਿਆ। ਕਹਿੰਦੇ ਤੀਰਥ ਤੇ ਇਸ਼ਨਾਨ ਆਦਿਕ ਨਾਲ ਕੋਈ ਵੀ ਮਨੁੱਖ ਇਸ ਸਰੀਰ ਘੜੇ ਨੂੰ ਪਵਿੱਤਰ ਨਹੀਂ ਕਰ ਸਕਦਾ, ਕਿਉਂਕਿ ਇਹ ਬਣਾਇਆ ਹੀ ਇਹ ਜਿਹਾ ਕਿ ਇਸ ਨੂੰ ਵਿਕਾਰਾਂ ਦਾ ਚਿੱਕੜ ਲੱਗਦਾ ਹੀ ਰਹਿੰਦਾ। ਕਹਿੰਦੇ ਹਵਾ, ਪਾਣੀ, ਮਿੱਟੀ, ਅੱਗ, ਆਕਾਸ਼, ਇਹ ਪੰਜੇ ਤੱਤ ਇਕੱਠੇ ਕਰਕੇ ਇਹ ਭਾਂਡਾ ਜੋ ਸਰੀਰ ਰੂਪ ਹੈ, ਕਹਿੰਦੇ ਪਰਮਾਤਮਾ ਨੇ ਇਹ ਇੱਕ ਨਾਸ਼ਵੰਤ ਖਿਡੌਣਾ ਜਿਹਾ ਬਣਾਇਆ ਹੈ। ਭਾਂਡਾ ਆਣ ਗਰਾਸ, ਜਾਂ ਤਿਸ ਪਾਵਸੀ, ਪਰਮ ਜੋਤ ਜਗਾਏ ਵਾਜਾ ਵਾਵਸੀ।
ਭਾਂਡਾ ਆਣ ਗਰਾਸ ਜਾਂ ਤਿਸ ਪਾਵਸੀ, ਪਰਮ ਜੋਤ ਜਗਾਏ ਵਾਜਾ ਵਾਵਸੀ। ਕਹਿੰਦੇ ਹਾਂ, ਜਦੋਂ ਉਸ ਪਰਮੇਸ਼ਰ ਦੀ ਰਜ਼ਾ ਹੁੰਦੀ ਆ ਤਾਂ ਜੀਵ ਨੂੰ ਗੁਰੂ ਮਿਲਦਾ। ਫਿਰ ਗੁਰੂ ਮਨੁੱਖ ਦੇ ਇਸ ਸਰੀਰ ਰੂਪੀ ਭਾਂਡੇ ਨੂੰ ਪਵਿੱਤਰ ਕਰ ਦਿੰਦਾ। ਗੁਰੂ ਮਨੁੱਖ ਦੇ ਅੰਦਰ ਸਭ ਤੋਂ ਉੱਚੀ ਰੱਬੀ ਜੋਤ ਜਗਾ ਕੇ ਰੱਬੀ ਜੋਤ ਦਾ ਵਾਜਾ ਵਜਾ ਦਿੰਦਾ। ਕਹਿੰਦੇ ਰੱਬੀ ਜੋਤ ਦਾ ਤੇ ਰੱਬੀ ਸਿਫਤ ਸਲਾਹ ਦਾ ਇੰਨਾ ਪ੍ਰਬਲ ਪ੍ਰਭਾਵ ਜੀਵ ਦੇ ਅੰਦਰ ਬਣਾ ਦਿੰਦਾ ਕਿ ਵਿਕਾਰਾਂ ਦਾ ਰੌਲਾ ਸੁਣਿਆ ਹੀ ਨਹੀਂ ਜਾਂਦਾ, ਵਿਕਾਰਾਂ ਦੀ ਕੋਈ ਪੇਸ਼ ਹੀ ਨਹੀਂ ਜਾਂਦੀ ਕਿ ਕੁਕਰਮਾਂ ਦਾ ਕੋਈ ਚਿੱਕੜ ਖਿਲਾਰ ਸਕਣ। ਮਨੋ ਜੇ ਅੰਧੇ ਕੂਪ, ਕਹਿਆ ਬਿਰਦ ਨਾ ਜਾਣਨੀ। ਜਿਹੜੇ ਮਨੁੱਖ ਕਹਿੰਦੇ ਮਨੋ ਘੁੱਪ ਅੰਨੇ ਨੇ, ਪੁੱਜ ਕੇ ਮੂਰਖ ਨੇ, ਉਹ ਦੱਸਿਆਂ ਵੀ ਇਨਸਾਨੀ ਫਰਜ਼ ਨਹੀਂ ਜਾਣਦੇ, ਨਹੀਂ ਸਮਝਦੇ। ਮਨ ਅੰਧੈ ਊਂਧੈ ਕਵਲ, ਦਿਸਨ ਖਰੇ ਕਰੂਪ, ਇਕ ਕਹਿ ਜਾਣਨ ਕਹਿਆ ਬੁੱਝਨ, ਤੇ ਨਰ ਸੁਗੜ ਸਰੂਪ। ਕਹਿੰਦੇ ਮਨ ਅੰਨਾ ਹੋਣ ਕਰਕੇ, ਹਿਰਦਾ ਕੰਵਲ ਧਰਮ ਵੱਲੋਂ ਉਲਟਿਆ ਹੋਣ ਕਰਕੇ ਉਹ ਬੰਦੇ ਕਹਿੰਦੇ ਕੋਝੇ ਜੀਵਨ ਵਾਲੇ ਲੱਗਦੇ ਨੇ। ਕਈ ਮਨੁੱਖ ਐਸੇ ਹੁੰਦੇ ਨੇ ਜੋ ਆਪ ਗੱਲ ਕਰਨੀ ਵੀ ਜਾਣਦੇ ਨੇ ਤੇ ਕਿਸੇ ਦੇ ਆਖੀ ਹੋਈ ਸਮਝਦੇ ਨੇ। ਉਹ ਮਨੁੱਖ ਸੁਚੱਜੇ ਤੇ ਸੋਹਣੇ ਜਾਪਦੇ ਨੇ। ਇਕ ਨਾ ਨਾਦ ਨਾ ਬੇਦ, ਨਾ ਗੀ ਰਸ, ਰਸ ਕਸ ਨਾ ਜਾਣੰਤ, ਇਕ ਨਾ ਸਿੱਧ ਨਾ ਬੁੱਧ ਨਾ ਅਕਲ, ਸਰ ਅੱਖਰ ਕਾ ਭਿਓ ਨਾ ਲਹੰਤ। ਕਹਿੰਦੇ ਕਈ ਬੰਦਿਆਂ ਨੂੰ ਨਾ ਜੋਗੀਆਂ ਦੇ ਨਾਦ ਦਾ ਰਸ, ਨਾ ਵੇਦ ਦਾ ਸ਼ੌਕ, ਨਾ ਰਾਗ ਦੀ ਖਿੱਚ, ਕਿਸੇ ਤਰ੍ਹਾਂ ਦੇ ਕੋਮਲ ਜਿਹੜਾ ਇਹ ਹੁਨਰ ਆ ਉਹਦੇ ਵੱਲ ਉਹਨਾਂ ਦੀ ਰੁਚੀ ਨਹੀਂ ਹੁੰਦੀ। ਕਹਿੰਦੇ ਕਈ ਬੰਦਿਆਂ ਨੂੰ ਨਾ ਵਿਚਾਰ ਵਿੱਚ ਸਫਲਤਾ, ਨਾ ਸੁਚੱਜੀ ਬੁੱਧੀ, ਨਾ ਅਕਲ ਦੀ ਸਾਰ, ਤੇ ਅੱਖਰ ਵੀ ਪੜ੍ਹਨਾ ਨਹੀਂ ਜਾਣਦੇ, ਫਿਰ ਵੀ ਕਹਿੰਦੇ ਆਕੜ ਆਕੜ ਕੇ ਵਿਖਾਉਂਦੇ ਨੇ। ਨਾਨਕ ਤੇ ਨਰ ਅਸਲ ਖਰ, ਜੇ ਬਿਨ ਗੁਣ ਗਰਬ ਕਰੰਤ। ਕਹਿੰਦੇ ਹੇ ਨਾਨਕ, ਜਿਨ੍ਹਾਂ ਵਿੱਚ ਕੋਈ ਗੁਣ ਵੀ ਨਾ ਹੋਵੇ ਤੇ ਉੱਪਰੋਂ ਹੰਕਾਰ ਵੀ ਕਰੀ ਜਾਣ, ਉਹ ਕਹਿੰਦੇ ਨਿਰੇ ਖੋਤੇ ਨੇ। ਸੋ ਬ੍ਰਾਹਮਣ ਜੋ ਬਿੰਦੈ ਬ੍ਰਹਮ, ਜਪ ਤਪ ਸੰਜਮ ਕਮਾਵੈ ਕਰਮ, ਸੀਲ ਸੰਤੋਖ ਕਾ ਰੱਖੈ ਧਰਮ, ਬੰਧਨ ਤੋੜੈ ਹੋਵੈ ਮੁਕਤ, ਸੋਈ ਬ੍ਰਾਹਮਣ ਪੂਜਣ ਜੁਗਤ। ਵਾਹਿਗੁਰੂ ਜੀ। ਹਾਂਜੀ ਸੰਗਤ ਜੀ, ਪਾਤਸ਼ਾਹ ਕਹਿੰਦੇ ਨੇ ਸਾਡੀਆਂ ਨਜ਼ਰਾਂ ਵਿੱਚ ਉਹੀ ਮਨੁੱਖ ਅਸਲ ਬ੍ਰਾਹਮਣ ਹੈ ਜੋ ਪਰਮਾਤਮਾ ਦੇ ਨਾਲ ਡੂੰਘੀ ਸਾਂਝ ਪਾਈ ਰੱਖਦਾ ਹੈ, ਜੋ ਇਹੀ ਜਪ ਕਰਮ ਕਰਦਾ ਹੈ, ਇਹੀ ਤਪ ਕਰਮ ਕਰਦਾ ਹੈ, ਇਹੀ ਸੰਜਮ ਕਰਮ ਕਰਦਾ ਹੈ, ਜੋ ਪਰਮਾਤਮਾ ਦੀ ਭਗਤੀ ਨੂੰ ਹੀ ਜਪ ਤਪ ਸੰਜਮ ਸਮਝਦਾ ਹੈ। ਕਹਿੰਦੇ ਜੋ ਮਿੱਠੇ ਸੁਭਾਅ ਦਾ ਹੈ, ਸੰਤੋਖ ਦਾ ਫਰਜ਼ ਨਿਭਾਉਂਦਾ ਹੈ, ਜੋ ਮਾਇਆ ਦੇ ਮੋਹ ਦੀਆਂ ਫਾਈਆਂ ਤੋੜ ਲੈਂਦਾ ਹੈ ਤੇ ਮਾਇਆ ਦੇ ਮੋਹ ਤੋਂ ਆਜ਼ਾਦ ਹੋ ਜਾਂਦਾ ਹੈ, ਉਹੀ ਬ੍ਰਾਹਮਣ ਆਦਰ ਸਤਿਕਾਰ ਦਾ ਹੱਕਦਾਰ ਹੈ। ਖੱਤਰੀ ਸੋ ਜੋ ਕਰਮਾ ਕਾ ਸੂਰ, ਪੁੰਨ ਦਾਨ ਕਾ ਕਰੈ ਸਰੀਰ, ਖੇਤ ਪਛਾਣੈ ਬੀਜੈ ਦਾਨ, ਸੋ ਖੱਤਰੀ ਦਰਗਹਿ ਪਰਵਾਨ, ਲੱਭ ਲੋਭ ਜੇ ਕੂੜ ਕਮਾਵੈ, ਆਪਣਾ ਕੀਤਾ ਆਪੇ ਪਾਵੈ। ਵਾਹਿਗੁਰੂ ਜੀ। ਹਾਂਜੀ ਸੰਗਤ ਜੀ, ਪਾਤਸ਼ਾਹ ਕਹਿੰਦੇ ਨੇ ਸਾਡੀਆਂ ਨਜ਼ਰਾਂ ਵਿੱਚ ਉਹੀ ਮਨੁੱਖ ਖੱਤਰੀ ਹੈ ਜੋ ਕਾਮਾਦਿਕ ਵੈਰੀਆਂ ਨੂੰ ਮਾਰ ਮੁਕਾਉਣ ਦੇ ਲਈ ਨੇਕ ਕਰਮ ਕਰਨ ਵਾਲਾ ਸੂਰਮਾ ਬਣਦਾ ਹੈ, ਜੋ ਆਪਣੇ ਸਰੀਰ ਨੂੰ, ਆਪਣੇ ਜੀਵਨ ਨੂੰ ਹੋਰਨਾਂ ਦੇ ਵਿੱਚ ਭਲੇ ਕਰਮ ਵੰਡਣ ਦੇ ਲਈ ਵਸੀਲਾ ਬਣਾਉਂਦਾ, ਜੋ ਆਪਣੇ ਸਰੀਰ ਨੂੰ ਕਿਸਾਨ ਦੇ ਖੇਤ ਵਾਂਗ ਖੇਤ ਸਮਝਦਾ ਤੇ ਇਸ ਖੇਤ ਵਿੱਚ ਪਰਮਾਤਮਾ ਦੇ ਨਾਮ ਦੀ ਦਾਤ, ਨਾਮ ਦਾ ਬੀਜ ਬੀਜਦਾ।
ਕਹਿੰਦੇ ਅਜਿਹਾ ਖੱਤਰੀ ਪਰਮਾਤਮਾ ਦੀ ਹਜ਼ੂਰੀ ਦੇ ਵਿੱਚ ਕਬੂਲ ਹੁੰਦਾ ਹੈ। ਪਰ ਜਿਹੜਾ ਮਨੁੱਖ ਕਹਿੰਦੇ ਲੱਭ, ਲੋਭ ਤੇ ਹੋਰ ਠੱਗੀ ਦੇ ਕੰਮ ਕਰਦਾ, ਉਹ ਜਨਮ ਦਾ ਤਾਂ ਚਾਹੇ ਖੱਤਰੀ ਹੋਵੇ, ਪਰ ਉਹ ਮਨੁੱਖ ਇਹਨਾਂ ਵਿਕਾਰਾਂ ਦੇ ਕਾਰਨ ਆਪਣੇ ਕੀਤੇ ਕਰਮਾਂ ਦਾ ਫਲ ਆਪ ਭੁਗਤਦਾ। ਉਹ ਮਨੁੱਖ ਕਾਮਾਦਿਕ ਵਿਕਾਰਾਂ ਦਾ ਸ਼ਿਕਾਰ ਹੋਇਆ ਰਹਿੰਦਾ ਤੇ ਉਹ ਸੂਰਮਾ ਨਹੀਂ ਅਖਵਾ ਸਕਦਾ। ਇਹ ਨਹੀਂ ਕਿ ਸੂਰਮੇ ਦੇ ਘਰ ਜਨਮ ਹੋਇਆ, ਖੱਤਰੀ ਦੇ ਘਰ ਜਨਮ ਹੋਇਆ ਤਾਂ ਉਹ ਸੂਰਮਾ ਹੋ ਗਿਆ ਜਾਂ ਖੱਤਰੀ, ਨਹੀਂ, ਆਪਣੇ ਕਰਮਾਂ ਦੇ ਅਨੁਸਾਰ ਹੀ ਨਿਤਾਰਾ ਹੁੰਦਾ ਹੈ। ਹਾਂਜੀ ਸੰਗਤ ਜੀ, ਇੰਨੀਆਂ ਵਿਚਾਰਾਂ ਪ੍ਰਵਾਨ ਕਰਨੀਆਂ ਜੀ, ਵਿਚਾਰਾਂ ਦੀ ਸਾਂਝ ਪਾਉਂਦਿਆਂ ਹੋਈਆਂ ਅਨੇਕਾਂ ਗਲਤੀਆਂ ਬਖਸ਼ਣੀਆਂ ਜੀ। ਸਤਿਗੁਰ ਜੀ ਪਰਮੇਸ਼ਰ ਜੀ ਆਪ ਦੀ ਧੁਰ ਕੀ ਬਾਣੀ ਦੀ ਵਿਚਾਰ ਕਰਦਿਆਂ, ਬਾਣੀ ਪੜ੍ਹਦਿਆਂ ਹੋਈਆਂ ਬੇਅੰਤ ਗਲਤੀਆਂ ਇਸ ਬੱਚੀ ਨੂੰ ਅਣਜਾਣ ਸਮਝ ਕੇ ਬਖਸ਼ਣੀਆਂ ਜੀ, ਅੱਗੇ ਤੋਂ ਸਮਤ ਦੇਣੀ ਸਤਿਗੁਰ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।